ਦੋਸਤੋ ਆਪਣੇ ਮੁਲਕ ਦੇ ਵਿੱਚ ਕੋਈ ਨਾ ਕੋਈ ਮੁੱਦਾ ਚੱਲਦਾ ਹੀ ਰਹਿੰਦਾ। ਇਸੇ ਤਰ੍ਹਾਂ ਦਾ ਇੱਕ ਨਵਾਂ ਮੁੱਦਾ ਉੱਠ ਰਿਹਾ ਏ ਆਪਣੇ ਦੇਸ਼ ਦੇ ਨਾਮ ਨੂੰ ਲੈ ਕੇ। ਕਿਹਾ ਜਾ ਰਿਹਾ ਏ ਕਿ ਇਹ ਮੋਦੀ ਸਰਕਾਰ ਹੁਣ ਦੇਸ਼ ਦਾ ਨਾਮ ਬਦਲਣ ਦੀਆਂ ਵੀ ਤਿਆਰੀਆਂ ਕਰ ਰਹੀ ਹੈ। ਮੌਜੂਦਾ ਸਮੇਂ ਆਪਣੇ ਮੁਲਕ ਦੇ ਦੋ ਨਾਮ ਚੱਲ ਰਹੇ ਨੇ, ਇੱਕ ਇੰਡੀਆ, ਦੂਸਰਾ ਭਾਰਤ। ਪਰ ਇਹ ਸਰਕਾਰ ਚਾਹੁੰਦੀ ਹੈ ਕਿ ਇੰਡੀਆ ਸ਼ਬਦ ਨੂੰ ਪੂਰੇ ਤੌਰ ਤੇ ਹਟਾ ਦਿੱਤਾ ਜਾਵੇ ਤੇ ਭਾਰਤ ਸ਼ਬਦ ਹੀ ਇਕੱਲਾ ਵਰਤਿਆ ਜਾਵੇ। ਫਿਲਹਾਲ ਇਹ ਸਟੇਟਮੈਂਟ ਮੇਰੀ ਨਹੀਂ, ਇਹ ਸਟੇਟਮੈਂਟ ਹੈ ਓਪੋਜੀਸ਼ਨ ਲੀਡਰਸ ਦੀ। ਤਾਂ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਕੀ ਹੈ ਪੂਰਾ ਮਸਲਾ। ਆਖਿਰਕਾਰ ਇਹ ਭਾਰਤ ਜਾਂ ਇੰਡੀਆ ਵਾਲਾ ਮਸਲਾ ਆਖਿਰਕਾਰ ਸ਼ੁਰੂ ਕਿੱਥੋਂ ਹੋਇਆ, ਇਸ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਹੈ, ਇਸ ਦੇ ਸਿਵਾ ਹੋਰ ਵੀ ਕੀ ਕੋਈ ਦੇਸ਼ ਹੈ ਜਿਸ ਨੇ ਆਪਣਾ ਨਾਮ ਬਦਲਿਆ ਹੈ, ਤੇ ਜੇ ਇਹ ਸਰਕਾਰ ਸੱਚ ਵਿੱਚ ਨਾਮ ਬਦਲਦੀ ਹੈ ਤਾਂ ਇਸ ਦੇ ਕੀ ਅਸਰ ਹੋਣਗੇ। ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ। ਦੋਸਤੋ ਮੈਂ ਤੁਹਾਡਾ ਦੋਸਤ ਜਗਮੀਤ ਸਿੰਘ ਹਠੂਰ। ਦੋਸਤੋ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਰਿਕੁਐਸਟ ਆ ਕਿ ਇਹ ਆਪਣਾ ਨਵਾਂ ਚੈਨਲ ਆ ਜਾਣਕਾਰੀ ਬਾਈ ਜਗਮੀਤ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਬਣੀ ਹੋਈ ਘੰਟੀ ਵੀ ਜ਼ਰੂਰ ਦੱਬੋ। ਅਗਰ ਇਸ ਚੈਨਲ ਤੇ ਵਧੀਆ ਰਿਸਪੌਂਸ ਮਿਲਿਆ ਤਾਂ ਮੈਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਇਸ ਚੈਨਲ ਤੇ ਪਾਉਂਦਾ ਰਹੂੰਗਾ। ਪੂਰੀ ਵੀਡੀਓ ਨੂੰ ਦੇਖਣਾ, ਜੇ ਤੁਹਾਨੂੰ ਲੱਗੇ ਕਿ ਵੀਡੀਓ ਵਧੀਆ ਲੱਗੀ ਆ ਤਾਂ ਹੀ ਵੀਡੀਓ ਨੂੰ ਲਾਈਕ ਕਰਨਾ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੰਟਰੋਵਰਸੀ, ਇਹ ਮੁੱਦਾ ਆਖਿਰਕਾਰ ਸ਼ੁਰੂ ਕਿੱਥੋਂ ਹੋਇਆ। ਇਸ ਮੁੱਦੇ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਜਦੋਂ ਇਹ ਵਾਲੀ ਲੈਟਰ ਸਾਰਿਆਂ ਦੇ ਅੱਗੇ ਆਉਂਦੀ ਆ। ਇਸ ਦੇ ਵਿੱਚ G20 ਸਮਿਟ ਦੇ ਮੱਦੇਨਜ਼ਰ ਭਾਰਤ ਦੀ ਪ੍ਰੈਜ਼ੀਡੈਂਟ ਵੱਲੋਂ ਵਰਲਡ ਲੀਡਰਸ ਨੂੰ ਡਿਨਰ ਲਈ ਇਨਵਾਈਟ ਕੀਤਾ ਗਿਆ। ਬੇਸਿਕਲੀ ਇੱਥੇ ਕੀ ਦੇਖਣ ਨੂੰ ਮਿਲਿਆ ਕਿ ਇੱਥੇ ਲਿਖਿਆ ਸੀ ਦ ਪ੍ਰੈਜ਼ੀਡੈਂਟ ਆਫ ਭਾਰਤ, ਜਦੋਂ ਕਿ ਇਸ ਤੋਂ ਪਹਿਲਾਂ ਭਾਰਤ ਦੀ ਜਗ੍ਹਾ ਸ਼ਬਦ ਵਰਤਿਆ ਜਾਂਦਾ ਸੀ ਦ ਪ੍ਰੈਜ਼ੀਡੈਂਟ ਆਫ ਰਿਪਬਲਿਕ ਇੰਡੀਆ। ਇਸੇ ਲੈਟਰ ਦੇ ਬਾਅਦ ਕੰਟਰੋਵਰਸੀ ਸ਼ੁਰੂ ਹੋ ਗਈ ਕਿ ਪੱਕਾ ਸਰਕਾਰ ਕੋਈ ਨਵੀਂ ਐਕਟੀਵਿਟੀ ਕਰ ਰਹੀ ਆ ਨਾਮ ਬਦਲਣ ਨੂੰ ਲੈ ਕੇ। ਗੱਲ ਸਿਰਫ ਉਸ ਇੱਕ ਇਨਵੀਟੇਸ਼ਨ ਤੇ ਨਹੀਂ ਰੁਕੀ। ਇਸ ਦੇ ਬਾਅਦ ਇੱਕ ਹੋਰ ਫੰਕਸ਼ਨ ਨੋਟ ਸਾਹਮਣੇ ਆਇਆ ਜਿਸ ਦੇ ਵਿੱਚ ਲਿਖਿਆ ਸੀ ਦ ਪ੍ਰਾਈਮ ਮਿਨਿਸਟਰ ਆਫ ਭਾਰਤ। ਇਹ ਬੇਸਿਕਲੀ ਏਸ਼ੀਅਨ ਸਮਿਟ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਹੋਣਾ, ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਵਿਜ਼ਿਟ ਨੂੰ ਲੈ ਕੇ ਇਹ ਨੋਟ ਜਾਰੀ ਕੀਤਾ ਗਿਆ। ਇਸ ਤਰ੍ਹਾਂ ਦੇ ਨੋਟਸ ਦੇ ਵਿੱਚ ਵੀ ਪਹਿਲਾਂ ਭਾਰਤ ਦੀ ਜਗ੍ਹਾ ਰਿਪਬਲਿਕ ਇੰਡੀਆ ਲਿਖਿਆ ਜਾਂਦਾ ਸੀ, ਇੱਥੇ ਵੀ ਇਹ ਬਦਲਾਵ ਦੇਖਣ ਨੂੰ ਮਿਲਿਆ। ਓਪੋਜੀਸ਼ਨਸ ਦੇ ਪਹਿਲਾਂ ਵਾਲੇ ਸ਼ੱਕ ਤੇ ਇਸ ਨੋਟ ਨੇ ਇੱਕ ਹੋਰ ਮੋਹਰ ਲਾ ਦਿੱਤੀ। ਵੱਖ-ਵੱਖ ਨਿਊਜ਼ਪੇਪਰ ਤੇ ਸੋਰਸਸ ਨੇ ਇਹ ਵੀ ਕਲੇਮ ਕਰਿਆ ਕਿ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਜਾਣਾ ਹੈ ਸਤੰਬਰ 18 ਤੋਂ ਲੈ ਕੇ 22 ਤੱਕ, ਉਹ ਇਸੇ ਲਈ ਬੁਲਾਇਆ ਜਾ ਰਿਹਾ ਹੈ ਤਾਂ ਕਿ ਇੱਕ ਨਵਾਂ ਬਿੱਲ ਪ੍ਰੈਜ਼ੈਂਟ ਕਰਿਆ ਜਾਵੇ ਜਿਹਦੇ ਵਿੱਚ ਇੰਡੀਆ ਵਰਡ ਨੂੰ ਟੋਟਲੀ ਹਟਾ ਦਿੱਤਾ ਜਾਵੇ ਤੇ ਇਸ ਦੇ ਬਾਅਦ ਕਨਸਟੀਟਿਊਸ਼ਨ ਆਫ ਇੰਡੀਆ ਯਾਨੀ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸਿਰਫ ਭਾਰਤ ਸ਼ਬਦ ਰਹੇ। ਹੁਣ ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਆ ਇਹ ਤਾਂ 18 ਤੋਂ 20 ਦੇ ਵਿੱਚ ਚੱਲਣ ਵਾਲੇ ਸੈਸ਼ਨ 'ਚ ਹੀ ਪਤਾ ਲੱਗੂ, ਕਿਉਂਕਿ ਸੈਸ਼ਨ ਬੁਲਾਉਣ ਦੇ ਦੋ ਹੋਰ ਵੀ ਕਾਰਨ ਹੋ ਸਕਦੇ ਨੇ। ਇੱਕ ਹੋ ਸਕਦਾ ਹੈ ਕਿ ਸਰਕਾਰ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਕੋਈ ਬਿੱਲ ਲੈ ਆਵੇ। ਦੂਜਾ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਵਾਲੇ ਮੁੱਦੇ ਨੂੰ ਲੈ ਕੇ ਕੋਈ ਬਿੱਲ ਲੈ ਆਵੇ। ਵਨ ਨੇਸ਼ਨ ਵਨ ਇਲੈਕਸ਼ਨ ਦਾ ਮਤਲਬ ਹੈ ਇੱਕ ਦੇਸ਼ ਤੇ ਇੱਕੋ ਵਾਰ 'ਚ ਸਾਰੀਆਂ ਚੋਣਾਂ। ਹੁਣ ਇਹ ਤਾਂ ਟਾਈਮ ਹੀ ਦੱਸੇਗਾ ਕਿ ਇਹ 18 ਤੋਂ ਲੈ ਕੇ 22 ਵਾਲੇ ਸੈਸ਼ਨ ਦੇ ਵਿੱਚ ਬੇਸਿਕਲੀ ਸਰਕਾਰ ਕਿਹੜਾ ਬਿੱਲ ਲੈ ਕੇ ਆਉਂਦੀ ਆ। ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਦੇ ਦਿਮਾਗ 'ਚ ਇਹ ਸਵਾਲ ਵੀ ਆਇਆ ਹੋਵੇ ਕਿ ਆਖਿਰਕਾਰ ਭਾਰਤ ਦੇ ਸੰਵਿਧਾਨ 'ਚ ਕੀ ਲਿਖਿਆ ਗਿਆ ਹੈ, ਇੰਡੀਆ ਜਾਂ ਭਾਰਤ। ਤਾਂ ਦੋਸਤੋ ਜਿਹੜਾ ਆਰਟੀਕਲ ਨੰਬਰ 1 ਹੈ ਉਸ ਦੇ ਵਿੱਚ ਇਹ ਲਿਖਿਆ ਹੈ ਇੰਡੀਆ ਦੈਟ ਇਜ਼ ਭਾਰਤ, ਯਾਨੀ ਕਿ ਆਰਟੀਕਲ ਨੰਬਰ 1 ਦੇ ਵਿੱਚ ਭਾਰਤ ਸ਼ਬਦ ਮੈਂਸ਼ਨ ਹੈ। ਇਸ ਦੇ ਸਿਵਾ ਕਨਸਟੀਟਿਊਸ਼ਨ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਨੇ ਜਿਨ੍ਹਾਂ ਤੇ ਸਿਰਫ ਇੰਡੀਆ ਸ਼ਬਦ ਦੀ ਵਰਤੋਂ ਹੋਈ ਆ। ਜਿਵੇਂ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰੈਜ਼ੀਡੈਂਟ ਦੇ ਨਾਲ ਜੁੜੇ ਹੋਏ ਆਰਟੀਕਲਸ ਦੇ ਵਿੱਚ ਭਾਰਤ ਸ਼ਬਦ ਨਹੀਂ ਵਰਤਿਆ, ਸਿਰਫ ਇੰਡੀਆ ਵਰਤਿਆ ਹੋਇਆ। ਜਿਵੇਂ ਆਰਟੀਕਲ ਨੰਬਰ 52 ਦੇਖੋ, ਇੱਥੇ ਲਿਖਿਆ ਹੈ ਦ ਪ੍ਰੈਜ਼ੀਡੈਂਟ ਆਫ ਇੰਡੀਆ, ਇੱਥੇ ਭਾਰਤ ਸ਼ਬਦ ਦੀ ਵਰਤੋਂ ਨਹੀਂ ਹੋਈ। ਇਸ ਦੇ ਸਿਵਾ ਅਗਰ ਵਾਈਸ ਪ੍ਰੈਜ਼ੀਡੈਂਟ ਦੇ ਮੈਂਸ਼ਨ ਬਾਰੇ ਦੇਖੀਏ ਤਾਂ ਉਸ ਦੇ ਵਿੱਚ ਵੀ ਆਰਟੀਕਲ ਨੰਬਰ 63 ਦੇ ਵਿੱਚ ਸਿਰਫ ਲਿਖਿਆ ਹੈ ਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਆਫ ਭਾਰਤ ਨਹੀਂ ਲਿਖਿਆ, ਇੱਥੇ ਲਿਖਿਆ ਹੈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਇਸ ਦੇ ਸਿਵਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ, ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਇਸ ਦੇ ਸਿਵਾ ਹੋਰ ਵੀ ਬਹੁਤ ਸਾਰੀਆਂ ਪੋਜੀਸ਼ਨਸ ਨੂੰ ਲੈ ਕੇ ਮੈਂਸ਼ਨ ਜਿੱਥੇ ਹੁੰਦਾ ਹੈ ਉੱਥੇ ਸਿਰਫ ਇੰਡੀਆ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ। ਜਿਵੇਂ ਮੈਂ ਤੁਹਾਡੇ ਨਾਲ ਸ਼ੁਰੂ 'ਚ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਇਹ ਸਾਰੀ ਗੱਲਬਾਤ 'ਤੇ ਕੀ ਸਟੈਂਡ ਆ, ਇਹ ਵੀ ਸਾਂਝਾ ਕਰਾਂਗੇ। ਤਾਂ ਚਲੋ ਹੁਣ ਆਪਾਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਇਸ ਮਸਲੇ 'ਤੇ ਕੀ ਕਹਿੰਦਾ। ਦੋਸਤੋ 2020 ਦੇ ਵਿੱਚ ਦਿੱਲੀ ਦੇ ਇੱਕ ਬਿਜ਼ਨਸਮੈਨ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਸਨੇ ਇਹ ਪਟੀਸ਼ਨ ਪਾਈ ਸੀ ਕਿ ਆਰਟੀਕਲ ਨੰਬਰ 1 ਦੇ ਵਿੱਚੋਂ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਵੇ ਤੇ ਸਿਰਫ ਭਾਰਤ ਰੱਖਿਆ ਜਾਵੇ।
ਇਸ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਕਿ ਭਾਰਤ ਤੇ ਇੰਡੀਆ ਦੋਨੋਂ ਸ਼ਬਦ ਹੀ ਆਲਰੇਡੀ ਕਨਸਟੀਟਿਊਸ਼ਨ ਦੇ ਵਿੱਚ ਮੌਜੂਦ ਨੇ ਤੇ ਇੰਡੀਆ ਨੂੰ ਆਲਰੇਡੀ ਭਾਰਤ ਵੀ ਕਿਹਾ ਗਿਆ ਹੈ ਕਨਸਟੀਟਿਊਸ਼ਨ ਦੇ ਵਿੱਚ। ਇਸ ਤੋਂ ਪਹਿਲਾਂ 2016 ਦੇ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਭਾਰਤ ਦੇ ਨਾਮ ਨੂੰ ਲੈ ਕੇ ਹੀ। ਉਦੋਂ ਵੀ ਚੀਫ ਜਸਟਿਸ ਆਫ ਇੰਡੀਆ ਨੇ ਇਹੀ ਕਿਹਾ ਸੀ ਕਿ ਹਰੇਕ ਦੇਸ਼ਵਾਸੀ ਦਾ ਇਹ ਆਪਣਾ ਹੱਕ ਹੈ ਕਿ ਉਹ ਆਪਣੇ ਦੇਸ਼ ਨੂੰ ਭਾਰਤ ਕਹਿਣਾ ਚਾਹੁੰਦਾ ਹੈ ਜਾਂ ਫਿਰ ਇੰਡੀਆ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੁਪਰੀਮ ਕੋਰਟ ਇਹ ਡਿਸਾਈਡ ਨਹੀਂ ਕਰ ਸਕਦੀ ਕਿ ਦੇਸ਼ਵਾਸੀ ਇਸ ਮੁਲਕ ਨੂੰ ਕਿਸ ਨਾਮ ਨਾਲ ਜਾਣਨ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਦੇਸ਼ ਦੇ ਨਾਮ ਨੂੰ ਲੈ ਕੇ ਅਗਰ ਕਦੇ ਵੀ ਕੁਝ ਹੁੰਦਾ ਹੈ ਤਾਂ ਉਹ ਪਾਰਲੀਮੈਂਟ ਤੋਂ ਹੀ ਸ਼ੁਰੂ ਹੋਵੇਗਾ। ਹੋ ਸਕਦਾ ਸੁਪਰੀਮ ਕੋਰਟ ਵੀ ਇਸ ਦੇ ਵਿੱਚ ਕੁਝ ਨਾ ਕਰ ਪਾਵੇ ਜਦੋਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਲਿਆ ਕੇ ਪਾਸ ਕਰ ਦਿੱਤਾ ਜਾਵੇਗਾ, ਦੇਸ਼ ਦੇ ਨਾਮ ਨੂੰ ਬਦਲਣ ਲਈ ਸੰਵਿਧਾਨ ਦੇ ਵਿੱਚ ਸ਼ੋਧ ਕਰ ਦਿੱਤੀ ਜਾਊਗੀ, ਤਾਂ ਉਸ ਵਕਤ ਦੇਸ਼ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਹੋ ਸਕਦਾ ਕੁਝ ਨਾ ਕਰ ਸਕੇ ਇਸ ਮਸਲੇ 'ਚ। ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਭਾਰਤ ਅਗਰ ਆਪਣਾ ਨਾਮ ਬਦਲਦਾ ਤਾਂ ਪਹਿਲਾ ਇਹੋ ਜਿਹਾ ਮੁਲਕ ਹੋਵੇਗਾ? ਜੀ ਨਹੀਂ। ਇਸ ਦੇ ਸਿਵਾ ਹੋਰ ਵੀ ਬਹੁਤ ਮੁਲਕਾਂ ਨੇ ਆਪਣੇ ਨਾਮ ਬਦਲੇ ਨੇ, ਜਿਵੇਂ ਉਹਨਾਂ ਦੇ ਵਿੱਚੋਂ ਇੱਕ ਹੈ ਜਿਹਨੂੰ ਆਪਾਂ ਹੁਣ ਤੁਰਕੀ ਕਹਿੰਦੇ ਆ, ਉਹ ਪਹਿਲਾਂ ਟਰਕੀ ਸੀ। ਨੀਦਰਲੈਂਡ ਪਹਿਲਾਂ ਹਾਲੈਂਡ ਸੀ। ਰਿਪਬਲਿਕ ਆਫ ਨਾਰਥ ਮੈਸੀਡੋਨੀਆ ਪਹਿਲਾਂ ਇਕੱਲਾ ਮੈਸੇਡੋਨੀਆ ਸੀ। ਸ਼੍ਰੀਲੰਕਾ ਪਹਿਲਾਂ ਸੀਲੋਨ ਸੀ। ਆਇਰਲੈਂਡ ਪਹਿਲਾਂ ਇਰਿਸ਼ ਫ੍ਰੀ ਸਟੇਟ ਸੀ। ਥਾਈਲੈਂਡ ਪਹਿਲਾਂ ਸਿਆਮ ਸੀ। ਮਿਆਂਮਾਰ ਪਹਿਲਾਂ ਬਰਮਾ ਸੀ ਤੇ ਈਰਾਨ ਪਹਿਲਾਂ ਪਰਸੀਆ ਸੀ। ਇਸ ਦੇ ਸਿਵਾ ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਨੇ ਆਪਣੇ ਨਾਮ ਬਦਲੇ ਸੀ। ਸੋ ਭਾਰਤ ਪਹਿਲਾ ਮੁਲਕ ਤਾਂ ਨਹੀਂ ਹੋਵੇਗਾ ਅਗਰ ਭਾਰਤ ਦੇ ਵਿੱਚ ਕੋਈ ਨਾਮ ਨੂੰ ਲੈ ਕੇ ਤਬਦੀਲੀ ਆਉਂਦੀ ਆ। ਪਰ ਅਗਰ ਆਪਾਂ ਦੇਖੀਏ ਕਿ ਅਗਰ ਨਾਮ ਬਦਲਿਆ ਤਾਂ ਇਸ ਦੇ ਇਫੈਕਟ ਕੀ ਹੋ ਸਕਦੇ ਨੇ। ਦੋਸਤੋ ਦੇਖੋ, ਇਫੈਕਟ ਤਾਂ ਕਈ ਆਉਣਗੇ। ਅਗਰ ਆਪਾਂ ਦੇਖੀਏ ਤਾਂ ਬਹੁਤ ਸਾਰੇ ਚੇਂਜਸ ਕਰਨੇ ਪੈਣਗੇ, ਜਿਵੇਂ ਆਪਣੇ ਜਿਹੜੇ ਡਾਕੂਮੈਂਟਸ ਨੇ ਉਹਨਾਂ 'ਤੇ ਵੀ ਇੰਡੀਆ ਲਿਖਿਆ ਹੁੰਦਾ ਏ, ਆਪਣੇ ਪਾਸਪੋਰਟ 'ਤੇ ਇੰਡੀਆ ਲਿਖਿਆ ਹੁੰਦਾ ਏ, ਤਾਂ ਕੀ ਹੁਣ ਆਪਾਂ ਨੂੰ ਸਾਰੇ ਡਾਕੂਮੈਂਟ ਅਪਡੇਟ ਕਰਵਾਉਣੇ ਪੈਣਗੇ ਦੁਬਾਰਾ ਤੋਂ ਅਗਰ ਦੇਸ਼ ਦਾ ਨਾਮ ਚੇਂਜ ਹੁੰਦਾ ਏ। ਉਸ ਦੇ ਸਿਵਾ ਜਿਵੇਂ ਹੁਣ ਆਪਾਂ ਦੇਖਿਆ ਕਨਸਟੀਟਿਊਸ਼ਨ ਦੇ ਵਿੱਚ ਥਾਂ 'ਤੇ ਇੰਡੀਆ ਸ਼ਬਦ ਵਰਤਿਆ ਗਿਆ ਹੈ, ਇਹਦਾ ਮਤਲਬ ਕਿ ਸਾਰੇ ਆਰਟੀਕਲਸ ਨੂੰ ਅਮੈਂਡ ਕਰਿਆ ਜਾਊਗਾ ਦੁਬਾਰਾ ਤੋਂ, ਉਹਨਾਂ ਸਾਰਿਆਂ ਦੇ ਵਿੱਚ ਚੇਂਜਸ ਲਿਆਂਦੇ ਜਾਣਗੇ। ਇਸ ਦੇ ਸਿਵਾ ਜਿਹੜੇ ਆਪਣੇ ਨੋਟ ਨੇ ਉਹਨਾਂ ਦੇ ਉੱਪਰ ਵੀ RBI ਜਾਣੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ, ਤਾਂ ਕੀ ਹੁਣ ਕਰੰਸੀ ਦੇ ਵਿੱਚ ਵੀ ਫਿਰ ਤੋਂ ਬਦਲਾਵ ਕਰਨਾ ਪਵੇਗਾ? ਕੀ ਆਪਣੇ ਇੰਸਟੀਟਿਊਸ਼ਨਸ ਜਿਵੇਂ RBI ਹੋ ਗਿਆ, ISRO ਹੋ ਗਿਆ, SBI ਹੋ ਗਿਆ, ਬੈਂਕ ਆਫ ਇੰਡੀਆ ਹੋ ਗਿਆ BOI, ਇਹਨਾਂ ਸਾਰਿਆਂ ਦੇ ਵਿੱਚ ਵੀ ਦੇਖੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇਹਦੇ ਵਿੱਚ ਵੀ ਇੰਡੀਆ ਸ਼ਬਦ ਆਉਂਦਾ। SBI ਜਾਣੀ ਕਿ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ ਦੇ ਵਿੱਚ ਵੀ ਇੰਡੀਆ ਆ ਰਿਹਾ। ਇਸ ਦੇ ਸਿਵਾ ਹੋਰ ਵੀ ਬਹੁਤ ਲੰਬੀ ਲਿਸਟ ਆ ਜਿਨ੍ਹਾਂ ਦੇ ਵਿੱਚ ਇੰਡੀਆ ਸ਼ਬਦ ਦੀ ਵਰਤੋਂ ਹੋਈ ਆ। ਅਗਰ ਦੇਸ਼ ਦਾ ਨਾਮ ਬਦਲ ਕੇ ਇੰਡੀਆ ਤੋਂ ਪੱਕੇ ਤੌਰ 'ਤੇ ਭਾਰਤ ਕਰ ਦਿੱਤਾ ਜਾਵੇਗਾ ਫਿਰ ਤਾਂ ਆਪਾਂ ਨੂੰ ਇਹ ਸਾਰੇ ਡਾਕੂਮੈਂਟਸ ਨੂੰ, ਇਹ ਸਾਰੇ ਇੰਸਟੀਟਿਊਸ਼ਨਸ ਨੂੰ ਵੀ ਦੁਬਾਰਾ ਤੋਂ ਰੀਨੇਮ ਕਰਨਾ ਪਊਗਾ, ਇਹਨਾਂ ਦੇ ਨਾਮ ਵੀ ਦੁਬਾਰਾ ਤੋਂ ਰੱਖਣੇ ਪੈਣਗੇ। ਇਸ ਲਈ ਇਹ ਪੂਰੀ ਗੱਲਬਾਤ ਸੰਵਿਧਾਨ ਦੇ ਵਿੱਚ ਸਿਰਫ ਇੱਕ ਸ਼ਬਦ ਬਦਲਣ 'ਤੇ ਨਹੀਂ ਖੜੇਗੀ। ਇਸ ਦੇ ਬਾਅਦ ਹੋਰ ਵੀ ਬਹੁਤ ਥਾਵਾਂ 'ਤੇ ਬਹੁਤ ਬਦਲਾਵ ਹੋਣਗੇ ਜਿਨ੍ਹਾਂ ਦੇ ਵਿੱਚ ਖਰਚਾ ਵੀ ਬਹੁਤ ਜ਼ਿਆਦਾ ਆਵੇਗਾ। ਹੁਣੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਕੀ ਸੱਚ ਵਿੱਚ ਭਾਰਤ ਸਰਕਾਰ ਦੇਸ਼ ਦੇ ਨਾਮ ਨੂੰ ਬਦਲਣ ਲਈ ਕੋਈ ਐਕਟੀਵਿਟੀ ਕਰ ਰਹੀ ਹੈ ਜਾਂ ਸਿਰਫ ਇਹ ਇੱਕ ਅਫਵਾਹ ਹੀ ਹੈ। ਇਸ ਦੇ ਸਿਵਾ ਤੁਹਾਨੂੰ ਇੱਕ ਹੋਰ ਹਾਸੇ ਵਾਲੀ ਖਬਰ ਦਿਖਾ ਦਿੰਦਾ ਕਿ ਜਦੋਂ ਦੀ ਇਹ ਖਬਰ ਬਾਹਰ ਆਈ ਆ ਕਿ ਦੇਸ਼ ਦਾ ਨਾਮ ਬਦਲਿਆ ਜਾ ਸਕਦਾ ਹੈ ਤਾਂ ਪਾਕਿਸਤਾਨ ਦੇ ਸੋਸ਼ਲ ਮੀਡੀਆ ਤੇ ਇੱਕ ਨਵੀਂ ਮੰਗ ਉੱਠਣੀ ਸ਼ੁਰੂ ਹੋ ਗਈ ਹੈ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਗਰ ਇੰਡੀਆ ਸ਼ਬਦ ਨੂੰ ਛੱਡ ਦਿੰਦਾ ਹੈ ਤਾਂ ਪਾਕਿਸਤਾਨ ਇੰਡੀਆ ਸ਼ਬਦ ਨੂੰ ਕਲੇਮ ਕਰੇਗਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾ ਕੇ। ਇਹ ਹਾਸੇ ਵਾਲੀ ਗੱਲ ਹੈ ਕਿ ਇੱਕ ਦੇਸ਼ ਇੱਕ ਸ਼ਬਦ ਨੂੰ ਛੱਡੇਗਾ ਤਾਂ ਦੂਸਰਾ ਦੇਸ਼ ਉਸ ਸ਼ਬਦ 'ਤੇ ਕਬਜ਼ਾ ਕਰਨ ਲਈ ਤਿਆਰ ਆ। ਇਸ 'ਤੇ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਤਾਂ ਦੋਸਤੋ ਅਖੀਰ 'ਤੇ ਅਗਰ ਇਸ ਵੀਡੀਓ ਤੋਂ ਤੁਹਾਨੂੰ ਨਵੀਂ ਕੋਈ ਜਾਣਕਾਰੀ ਮਿਲੀ ਆ ਤਾਂ ਆਪਣੇ ਇਸ ਚੈਨਲ ਜਾਣਕਾਰੀ ਬਾਈ ਜਗਮੀਤ ਨੂੰ ਪਲੀਜ਼ ਹੁਣੇ ਹੀ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰਕੇ ਅੱਗੇ ਬਣੀ ਹੋਈ ਘੰਟੀ ਦੱਬ ਦਿਓ। ਹੁਣ ਤੁਸੀਂ ਪੂਰੀ ਵੀਡੀਓ ਦੇਖ ਲਈ ਆ। ਵੀਡੀਓ ਅਗਰ ਵਧੀਆ ਲੱਗੀ ਆ ਤਾਂ ਲਾਈਕ ਜ਼ਰੂਰ ਕਰ ਦਿਓ। ਅਗਰ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਤੁਹਾਡਾ ਕੋਈ ਵਿਚਾਰ ਹੈ ਤਾਂ ਉਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰਿਓ। ਤਾਂ ਦੋਸਤੋ ਅੱਜ ਲਈ ਦਿਓ ਇਜਾਜ਼ਤ, ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।